ਅੱਜ ਅਸੀਂ ਗੱਲ ਕਰਾਂਗੇ ਅੰਡਰਸਟੈਂਡਿੰਗ ਦ ਕਾਜ਼ ਆਫ ਐਡਿਕਸ਼ਨ ਕਿ ਨਸ਼ੇ ਦਾ ਕਾਰਨ ਕੀ ਹੈ। ਆਪਾਂ ਪਹਿਲੇ ਗੱਲ ਕੀਤੀ ਸੀ ਸਾਈਕਲਸ ਆਫ ਐਡਿਕਸ਼ਨ ਤੇ ਅੱਜ ਅਸੀਂ ਗੱਲ ਕਰਾਂਗੇ ਨਸ਼ੇ ਦਾ ਕਾਰਨ ਕੀ ਹੈ। ਨਸ਼ਾ ਬਹੁਤ ਸਾਰੇ ਲੋਕ ਕਰਦੇ ਹੈ ਪਰ ਸਾਨੂੰ ਕਾਰਨ ਨਹੀਂ ਪਤਾ ਹੁੰਦੇ। ਕੋਈ ਮੈਨੂੰ ਦੱਸੇਗਾ ਨਸ਼ਾ ਕਿਉਂ ਸ਼ੁਰੂ ਕਰਦੇ ਔਰ ਕਾਰਨ ਕੀ ਹੁੰਦਾ ਹੈ? ਕਿਸੇ ਨੂੰ ਪਤਾ ਹੈ ਨਸ਼ੇ ਕਰਨ ਦੇ ਕਾਰਨ ਕੀ ਹੈ? ਖੁਸ਼ੀ ਲੈਣ ਵਾਸਤੇ। ਠੀਕ ਹੈ, ਹੋਰ ਕੋਈ ਦੱਸੇਗਾ ਕਿਉਂ ਕਰਦੇ ਹਾਂ ਅਸੀਂ? ਆਪਣਾ ਸਟ੍ਰੈਸ ਦੂਰ ਕਰਨ ਵਾਸਤੇ। ਸਟ੍ਰੈਸ ਦੂਰ ਕਰਨ ਵਾਸਤੇ, ਬਹੁਤ ਵੈਲਿਡ ਪੁਆਇੰਟ ਹੈ, ਸਟ੍ਰੈਸ ਦੂਰ ਕਰਨ ਵਾਸਤੇ। ਹੋਰ ਕੋਈ ਰੀਜ਼ਨ? ਮੈਂ ਅਗਰ ਜਨਰਲੀ ਐਕਸਪਲੇਨ ਕਰਾਂ ਤੇ ਫੈਮਿਲੀ ਹਿਸਟਰੀ ਬਹੁਤ ਇੰਪੋਰਟੈਂਟ ਹੈ। ਬਹੁਤ ਸਾਰੇ ਪੇਸ਼ੈਂਟਸ ਦੀ ਫੈਮਿਲੀਜ਼ ਦੇ ਵਿੱਚ ਕੋਈ ਨਾ ਕੋਈ ਨਸ਼ਾ ਕਰ ਰਿਹਾ ਹੁੰਦਾ ਹੈ। ਜੀਨਸ ਦੇ ਬਾਰੇ ਅਸੀਂ ਸੁਣਿਆ ਹੋਣਾ ਹੈ, ਜਿਵੇਂ ਸ਼ੂਗਰ ਹੈ, ਕੈਂਸਰ ਹੈ, ਹਾਰਟ ਦੀ ਪ੍ਰੋਬਲਮ ਹੈ। ਇਸੇ ਤਰੀਕੇ ਦੇ ਨਾਲ ਨਸ਼ਾ ਵੀ ਪੀੜ੍ਹੀ ਦਰ ਪੀੜ੍ਹੀ ਆਉਂਦਾ ਹੈ, ਸਾਡੇ ਜੀਨਸ ਦੇ ਵਿੱਚ ਆਉਂਦਾ ਹੈ। ਫੈਮਿਲੀ ਹਿਸਟਰੀ ਜੇ ਪੋਜ਼ੀਟਿਵ ਹੋਏ, ਬਹੁਤ ਸਾਰੇ ਲੋਕ ਸਾਨੂੰ ਆ ਕੇ ਕਹਿੰਦੇ ਹੈ ਕਿ ਇਹਦੇ ਤਾਇਆ ਜੀ ਦੀ ਡੈਥ ਹੋ ਗਈ ਸੀ ਜਦੋਂ ਇਹ ਪੈਦਾ ਹੋਇਆ ਸੀਗਾ, ਇਹਨੇ ਤਾਂ ਉਹਨਾਂ ਨੂੰ ਦੇਖਿਆ ਵੀ ਨਹੀਂ, ਸਿਰਫ ਉਹੀ ਨਸ਼ਾ ਕਰਦੇ ਸੀ, ਹੋਰ ਕੋਈ ਫੈਮਿਲੀ 'ਚ ਨਸ਼ਾ ਨਹੀਂ ਸੀ ਕਰਦਾ। ਇਹ ਨਹੀਂ ਹੁੰਦਾ, ਅਸੀਂ ਉਸ ਇਨਸਾਨ ਨੂੰ ਮਿਲੇ ਹਾਂ ਜਾਂ ਦੇਖਿਆ ਨਹੀਂ ਦੇਖਿਆ, ਪਰ ਸਾਡੇ ਜੀਨਸ ਦੇ ਵਿੱਚ ਤੁਰਿਆ ਆ ਗਿਆ। ਅਤੇ ਜੀਨਸ ਸਭ ਤੋਂ ਇੰਪੋਰਟੈਂਟ ਕਾਰਨ ਹੈ। ਸਭ ਤੋਂ ਪਹਿਲਾ ਕਾਰਨ ਹੈ ਫੈਮਿਲੀ 'ਚ ਜੇ ਕੋਈ ਵੀ ਸਾਡੇ ਨਾਨਕੇ ਦਾਦਕੇ ਜੀਨਸ ਦੇ ਵਿੱਚ ਜੇ ਹਿਸਟਰੀ ਹੈ ਐਡਿਕਸ਼ਨ ਦੀ, ਇਹਦਾ ਮਤਲਬ ਹੈ ਸਾਨੂੰ ਸਤਰਕ ਹੋਣਾ ਪਏਗਾ, ਸਾਨੂੰ ਧਿਆਨ ਰੱਖਣਾ ਪਏਗਾ ਕਿ ਸਾਡੇ ਬੱਚੇ ਦੇ ਬਹੁਤ ਜ਼ਿਆਦਾ ਚਾਂਸਿਸ ਹੈ ਨਸ਼ੇ ਦੇ ਵਿੱਚ ਜਾਣ ਦੇ। ਦੂਸਰਾ ਹੈ ਮੈਂਟਲ ਹੈਲਥ ਡਿਸਆਰਡਰ। ਮੈਂਟਲ ਹੈਲਥ ਡਿਸਆਰਡਰ ਦਾ ਮਤਲਬ ਹੈ ਉਹ ਬੱਚੇ ਜਿਨ੍ਹਾਂ ਦੇ ਵਿੱਚ ਹਾਈਪਰ ਐਕਟੀਵਿਟੀ ਹੁੰਦੀ ਹੈ। ਹਾਈਪਰ ਐਕਟੀਵਿਟੀ ਬਹੁਤ ਸਾਰੇ ਅਗਰ ਪੇਰੈਂਟਸ ਲਾਸਟ 'ਚ ਆਪਣੇ ਪਾਸ ਦੇ ਵਿੱਚ ਜਾਣ ਤੇ ਬਹੁਤ ਸਾਰੇ ਬੱਚੇ ਜਿਹੜੇ ਬਚਪਨ ਤੋਂ ਸ਼ਰਾਰਤੀ ਹੈ, ਟਿਕ ਕੇ ਨਹੀਂ ਬੈਠ ਰਹੇ, ਪੜ੍ਹਾਈ 'ਚ ਅੱਛਾ ਨਹੀਂ ਕਰ ਰਹੇ ਔਰ ਬਹੁਤ ਜ਼ਿਆਦਾ ਚੰਚਲ ਹੈਗੇ ਹੈ, ਲੜਾਈਆਂ ਝਗੜਿਆਂ ਦੇ ਵਿੱਚ ਇਨਵੋਲਵ ਹੁੰਦੇ ਆ ਬਚਪਨ ਦੇ ਵਿੱਚ, ਉਹਨਾਂ ਦਾ ਬਹੁਤ ਜ਼ਿਆਦਾ ਚਾਂਸ ਹੈ ਨਸ਼ੇ ਦੇ ਵਿੱਚ ਜਾਣ ਦਾ। ਇਹ ਇੱਕ ਮੁੱਢਲਾ ਕਾਰਨ ਹੈ ਜਿਹੜਾ ਸਾਨੂੰ ਪਹਿਲੇ ਨਹੀਂ ਪਤਾ ਲੱਗਦਾ। ਅਤੇ ਮੇਰੀ ਰਿਕੁਐਸਟ ਹੈ ਉਹਨਾਂ ਪੇਰੈਂਟਸ ਨੂੰ ਜਿਨ੍ਹਾਂ ਨੂੰ ਇਹ ਪਤਾ ਹੈ ਕਿ ਉਹਨਾਂ ਦਾ ਬੱਚਾ ਹਾਈਪਰ ਐਕਟਿਵ ਹੈ, ਉਸ ਚੀਜ਼ 'ਤੇ ਆਪਾਂ ਵਾਚ ਰੱਖੀਏ, ਉਹਨੂੰ ਉਸੇ ਵੇਲੇ ਟਰੀਟ ਕਰਾਈਏ ਤਾਂ ਕਿ ਇਹ ਅੱਗੇ ਨਸ਼ੇ ਦੀ ਬਿਮਾਰੀ ਵੱਲ ਤਬਦੀਲ ਨਾ ਹੋਵੇ। ਠੀਕ ਹੈ। ਸੈਕਿੰਡ ਹੁੰਦਾ ਹੈ ਪੋਸਟ ਟਰਾਮੈਟਿਕ ਡਿਸਆਰਡਰ। ਬਹੁਤ ਸਾਰੇ ਨਾ ਪੇਸ਼ੈਂਟ ਸਾਡੇ ਕੋਲ ਆਉਂਦੇ ਹੈ, ਕਹਿੰਦੇ ਜੀ ਮੇਰਾ ਅਫੇਅਰ ਸੀਗਾ, 10 ਸਾਲਾਂ ਦਾ ਅਫੇਅਰ ਸੀਗਾ, ਗਰਲਫ੍ਰੈਂਡ ਛੱਡ ਕੇ ਚਲੀ ਗਈ, ਸਟ੍ਰੈਸ ਹੋ ਗਿਆ, ਮੈਨੂੰ ਸਟ੍ਰੈਸ ਹੈਂਡਲ ਨਹੀਂ ਕਰਨਾ ਆਇਆ, ਮੇਰੇ ਮੰਮਾ ਦੀ ਡੈਥ ਹੋ ਗਈ, ਮੇਰੇ ਪਾਪਾ ਦੀ ਡੈਥ ਹੋ ਗਈ, ਘਰ 'ਚ ਗ੍ਰੈਂਡ ਪੇਰੈਂਟਸ ਦੀ ਡੈਥ ਹੋ ਗਈ। ਕੋਈ ਵੀ ਇਹੋ ਜਿਹਾ ਸਟ੍ਰੈਸ ਜਿਸ ਤੋਂ ਬਾਅਦ ਟਰਾਮਾ ਆਇਆ ਵੈ ਔਰ ਜਿਹਦੇ ਕਰਕੇ ਮਰੀਜ਼ ਉਸ ਸਟ੍ਰੈਸ ਨੂੰ ਹੈਂਡਲ ਨਹੀਂ ਕਰ ਪਾਇਆ, ਉਹ ਵੀ ਇੱਕ ਕਾਰਨ ਹੈ ਸਾਡਾ ਨਸ਼ਿਆਂ ਦੇ ਵਿੱਚ ਜਾਣ ਦਾ। ਇਹਨਾਂ ਚੀਜ਼ਾਂ ਨੂੰ ਅਗਰ ਅਸੀਂ ਪਹਿਲੇ ਦੇਖ ਲਈਏ ਤਾਂ ਚੀਜ਼ਾਂ ਠੀਕ ਹੋ ਸਕਦੀਆਂ। ਇਸ ਤੋਂ ਇਲਾਵਾ ਨਾ ਇੱਕ ਹੋਰ ਬੜੀ ਇੰਪੋਰਟੈਂਟ ਗੱਲ ਹੈ। ਥੋੜ੍ਹੇ ਦਿਨ ਪਹਿਲੇ ਇੱਕ ਮੇਰੇ ਕੋਲ ਪੇਸ਼ੈਂਟ ਆਇਆ ਸੀ, ਉਹ ਕਹਿ ਰਿਹਾ ਸੀ ਮੈਂ 7ਵੀਂ ਕਲਾਸ ਦੇ ਵਿੱਚ 7th ਸਟੈਂਡਰਡ ਦੇ ਵਿੱਚ ਫਸਟ ਟਾਈਮ ਨਸ਼ਾ ਲਿਆ ਸੀ। ਫਿਰ ਮੈਂ ਉਹਨਾਂ ਕੋਲੋਂ ਹਿਸਟਰੀ ਲਈ, ਪੂਰਾ ਪੁੱਛਿਆ, ਮੈਂ ਕਿਹਾ ਉਹ ਕਿਸ ਤਰ੍ਹਾਂ? ਕਹਿੰਦਾ ਬਸ ਇਸ ਤਰ੍ਹਾਂ ਹੀ ਕੋਈ ਆਇਆ, ਮੇਰਾ ਸ਼ਰੀਕਾ ਸੀਗਾ, ਉਹਨੇ ਕਿਹਾ ਇਹ ਚੀਜ਼ ਲੈ ਲੈ, ਮੈਂ ਸਟਾਰਟ ਕਰਤੀ। ਤਾਂ 7th ਸਟੈਂਡਰਡ ਦੇ ਵਿੱਚ ਬੱਚਾ ਬਹੁਤ ਛੋਟਾ ਹੈ, ਉਹਦਾ ਹਲੇ ਬ੍ਰੇਨ ਡਿਵੈਲਪ ਹੋ ਰਿਹਾ ਹੁੰਦਾ ਹੈ। ਜਦੋਂ ਅਸੀਂ 17-18 ਸਾਲਾਂ ਦੇ ਵਿੱਚ ਸ਼ੁਰੂ ਕਰਦੇ ਹਾਂ ਜਾਂ 14-15 ਸਾਲ 'ਚ ਨਸ਼ਾ ਸ਼ੁਰੂ ਕਰਦੇ ਹਾਂ, ਉਦੋਂ ਹਲੇ ਬ੍ਰੇਨ ਡਿਵੈਲਪ ਹੋ ਰਿਹਾ ਹੁੰਦਾ ਹੈ। ਉਹਦੇ ਕਰਕੇ ਬਹੁਤ ਜ਼ਿਆਦਾ ਕਾਰਨ ਹੁੰਦਾ ਹੈ ਸਾਡਾ ਨਸ਼ਿਆਂ ਤੋਂ ਅਸੀਂ ਦੂਰ ਨਹੀਂ ਹੋ ਪਾਉਂਦੇ ਔਰ ਅਸੀਂ ਈਜ਼ੀਲੀ ਟਰੈਪਡ ਹੋ ਜਾਂਦੇ ਹਾਂ ਉਸ ਚੀਜ਼ 'ਚ, ਕਿਉਂਕਿ ਬ੍ਰੇਨ ਨੂੰ ਸਮਝ ਹੀ ਨਹੀਂ ਗਈ ਨਾ ਮੇਰੇ ਵਾਸਤੇ ਕੀ ਸਹੀ ਹੈ ਕੀ ਗਲਤ ਹੈ, ਔਰ ਅਸੀਂ ਨਸ਼ੇ ਕਰੀ ਜਾ ਰਹੇ ਹਾਂ। ਪੀਅਰ ਪ੍ਰੈਸ਼ਰ ਤੇ ਬਹੁਤ ਇੰਪੋਰਟੈਂਟ ਕਾਰਨ ਹੈ। ਸਾਡੇ ਬਹੁਤ ਸਾਰੇ ਪੇਸ਼ੈਂਟਸ ਕਹਿੰਦੇ ਆ ਜੀ ਕੁਛ ਨਹੀਂ, ਬਸ ਯਾਰ ਦੋਸਤ ਸ਼ਰਾਬ ਪੀਂਦੇ ਪਏ ਸੀ, ਮੈਂ ਵੀ ਪੀ ਲਈ, ਯਾਰ ਦੋਸਤ ਅਫੀਮ ਖਾ ਰਿਹਾ ਸੀ, ਮੈਂ ਵੀ ਖਾ ਲਈ। ਪੀਅਰ ਪ੍ਰੈਸ਼ਰ ਕਰਕੇ ਵੀ ਅਸੀਂ ਨਸ਼ਿਆਂ ਦੇ ਵਿੱਚ ਚਲੇ ਜਾਂਦੇ ਹਾਂ। ਅਰਲੀ ਯੂਜ਼ ਮੈਂ ਤੁਹਾਨੂੰ ਐਕਸਪਲੇਨ ਕਰ ਹੀ ਦਿੱਤਾ ਹੈ। ਜਿੰਨੇ ਬੱਚਿਆਂ ਨੇ ਅਰਲੀ ਯੂਜ਼ ਕੀਤਾ ਹੈ, ਅੱਜ ਵੀ ਇੱਕ ਪੇਸ਼ੈਂਟ ਆਏ ਸੀ, ਉਹ ਕਹਿੰਦੇ ਜੀ ਮੇਰੇ ਪਾਪਾ ਸ਼ਰਾਬ ਪੀਂਦੇ ਹੁੰਦੇ ਸੀ, ਮੈਂ ਛੋਟਾ ਸੀਗਾ, ਉਹ ਕਹਿੰਦੇ ਸੀ ਇੱਕ ਘੁੱਟ ਪੀ ਲੈ, ਕੋਈ ਗੱਲ ਨਹੀਂ, ਫਿਰ ਕੀ ਹੋਇਆ, ਇੱਕ ਘੁੱਟ ਪੀ ਲੈ। ਅਤੇ ਮੈਂ ਉਹਨਾਂ ਦੇ ਨਾਲ ਸ਼ਰਾਬ ਪੀਣੀ ਸ਼ੁਰੂ ਕੀਤੀ ਅਤੇ ਮੈਂ ਇਸ ਚੀਜ਼ 'ਚ ਫਸ ਗਿਆ, ਕਿਉਂਕਿ ਬ੍ਰੇਨ ਸਾਡਾ ਡਿਵੈਲਪ ਨਹੀਂ ਹੋ ਰਿਹਾ। ਹੁਣੇ ਮੈਮ ਨੇ ਕਿਹਾ ਕਿ ਜਦੋਂ ਸਟ੍ਰੈਸ ਹੁੰਦਾ, ਵੇਜ਼ ਆਫ ਕੋਪਿੰਗ ਟੂ ਸਟ੍ਰੈਸ ਦੇ ਵਿੱਚ ਜਿਹੜਾ ਹੈਗਾ, ਜਿੰਨਾ ਅਸੀਂ ਸਟ੍ਰੈਸ ਦੇ ਵਿੱਚ ਆਉਂਦੇ ਹਾਂ ਔਰ ਸਾਨੂੰ ਸਟ੍ਰੈਸ ਨੂੰ ਹੈਂਡਲ ਨਹੀਂ ਕਰਨਾ ਆਉਂਦਾ, ਜਦੋਂ ਉਦੋਂ ਈਜ਼ੀ ਸਾਨੂੰ ਇੱਕੋ ਹੀ ਤਰੀਕਾ ਲੱਭਦਾ। ਅੱਜ ਮੈਨੂੰ ਟੈਨਸ਼ਨ ਹੋਈ, ਮੈਂ ਥੋੜ੍ਹਾ ਜਿਹਾ ਨਸ਼ਾ ਕਰ ਲਿਆ। ਅੱਜ ਫਲਾਣੇ ਨੇ ਮੈਨੂੰ ਇਹ ਗੱਲ ਕਹਿ ਦਿੱਤੀ ਤਾਂ ਮੈਂ ਥੋੜ੍ਹਾ ਨਸ਼ਾ ਕਰ ਲਿਆ। ਆਪਣੇ ਸਟ੍ਰੈਸ ਨੂੰ ਕੋਪ ਕਰਨ ਵਾਸਤੇ ਵੀ ਅਸੀਂ ਨਸ਼ਾ ਕਰਦੇ ਹਾਂ। ਕਹਿਣ ਦਾ ਮਤਲਬ ਹੈ ਕਿ ਅਸੀਂ ਕਹਿ ਤਾਂ ਦਿੰਦੇ ਹਾਂ ਬੰਦਾ ਨਸ਼ੇਬਾਜ਼ ਹੈ, ਬੰਦੇ ਨੇ ਨਸ਼ੇ ਕੀਤਾ ਹੈ, ਲੇਕਿਨ ਉਹਦੇ ਪਿੱਛੇ ਉਹਦੀ ਜਿਹੜੀ ਦਰਦ ਹੈ, ਪੇਨ ਹੈ, ਪੀੜ ਹੈ, ਅਸੀਂ ਉਹਨੂੰ ਨਹੀਂ ਸਮਝ ਪਾਉਂਦੇ ਕਈ ਵਾਰੀ ਨਾ। ਜਿਹੜਾ ਬੰਦਾ ਨਸ਼ੇ ਕਰ ਰਿਹਾ ਹੈ ਉਹ ਜਦੋਂ ਫਸਿਆ ਹੋਇਆ ਉਹ ਆਪ ਹੀ ਬਹੁਤ ਜ਼ਿਆਦਾ ਔਖਾ ਹੈ, ਸੌਖਾ ਨਹੀਂ ਹੈ। ਸਟਾਰਟ ਉਹਨੇ ਕਰਤਾ ਕਿਸੇ ਨਾ ਕਿਸੇ ਕਾਰਨ 'ਤੇ, ਪਰ ਇੰਨਾ ਔਖਾ ਹੈ ਕਿ ਉਸ ਚੀਜ਼ ਤੋਂ ਨਿਕਲ ਨਹੀਂ ਪਾ ਰਿਹਾ। ਜਦ ਤੱਕ ਅਸੀਂ ਉਸ ਮਰੀਜ਼ ਦੀ ਪੇਨ ਨੂੰ ਨਹੀਂ ਨਾ ਸਮਝਾਂਗੇ,
ਤਦ ਤੱਕ ਅਸੀਂ ਉਹਦੀ ਹੈਲਪ ਨਹੀਂ ਕਰ ਪਾਵਾਂਗੇ ਉਸ ਚੀਜ਼ ਤੋਂ ਨਿਕਲਣ ਵਾਸਤੇ। ਇੱਕ ਟਰਮ ਹੁੰਦੀ ਹੈ, ਉਹਨੂੰ ਆਪਾਂ ਕਹਾਂਗੇ ਲੋ ਸੈਲਫ ਐਸਟੀਮ, ਲੋ ਕੌਨਫੀਡੈਂਸ। ਫੋਰ ਐਗਜ਼ਾਮਪਲ ਇੱਕ ਇਹ ਵੀ ਕਾਰਨ ਹੁੰਦਾ ਹੈ ਕਿ ਮਰੀਜ਼ ਜਿਹੜਾ ਹੈਗਾ ਉਹਨੇ ਅੱਛੇ ਮਾਰਕਸ ਨਹੀਂ ਲਏ, ਠੀਕ ਹੈ, ਉਹਦੇ ਘੱਟ ਮਾਰਕਸ ਆਏ ਹੈ, ਉਹ ਫੇਲ ਹੋ ਗਿਆ, ਉਹਦੀ ਲੋ ਸੈਲਫ ਐਸਟੀਮ ਹੋ ਗਈ, ਉਹਦਾ ਕੌਨਫੀਡੈਂਸ ਘੱਟ ਗਿਆ, ਉਹਨੂੰ ਲੱਗ ਰਿਹਾ ਹੈ ਕਿ ਲੋਕੀ ਹੁਣ ਮੇਰੇ ਬਾਰੇ ਗੱਲਾਂ ਕਰ ਰਹੇ ਹੈ, ਲੋਕੀ ਸਮਝ ਰਹੇ ਮੈਂ ਕੁਝ ਕਰ ਨਹੀਂ ਪਾਇਆ। ਕਈ ਵਾਰੀ ਅਸੀਂ ਦੇਖਦੇ ਹਾਂ ਮਰੀਜ਼ ਕਹਿੰਦਾ ਹੈ ਮੈਂ ਫਲਾਣੇ ਕੰਟਰੀ ਗਿਆ ਸੀ, ਉੱਥੇ ਮੇਰਾ ਵੀਜ਼ਾ ਰਿਜੈਕਟ ਹੋ ਗਿਆ, ਜਾਂ ਮੈਂ ਉੱਥੇ ਕੋਪ ਅਪ ਨਹੀਂ ਕਰ ਪਾਇਆ। ਲਾਈਫ ਦੇ ਵਿੱਚ ਕਿੰਨੀਆਂ ਇਹੋ ਜਿਹੀਆਂ ਐਗਜ਼ਾਮਪਲਸ ਹੁੰਦੀਆਂ ਜਿਹਦੇ 'ਚ ਮਰੀਜ਼ ਕੋਪ ਅਪ ਨਹੀਂ ਕਰ ਪਾਉਂਦਾ। ਕੋਈ ਨੌਕਰੀ 'ਚ ਨਹੀਂ ਅੱਛਾ ਕਰ ਪਾ ਰਿਹਾ, ਕੋਈ ਪੜ੍ਹਾਈ 'ਚ ਅੱਛਾ ਨਹੀਂ ਕਰ ਪਾ ਰਿਹਾ, ਕੋਈ ਜਿਹੜਾ ਹੈਗਾ ਆਪਣਾ ਰਿਲੇਸ਼ਨਸ਼ਿਪ 'ਚ ਨਹੀਂ ਅੱਛਾ ਕਰ ਪਾ ਰਿਹਾ, ਕੋਈ ਵੀ ਇੱਕ ਕਾਰਨ ਬਣ ਸਕਦਾ ਹੈ। ਉਹ ਅੰਦਰੋਂ ਅੰਦਰ ਹੀ ਇੰਨਾ ਖੋਖਲਾ, ਇੰਨਾ ਖਾਲੀਪਨ ਆ ਜਾਂਦਾ ਹੈ, ਇੰਨੀ ਐਮਟੀਨੈਸ ਆ ਜਾਂਦੀ ਹੈ ਉਹਦੇ ਅੰਦਰ ਕਿ ਉਹਨੂੰ ਸਮਝ ਨਹੀਂ ਆਉਂਦੀ ਮੈਂ ਕੀ ਕਰਨਾ, ਅਤੇ ਉਹ ਨਸ਼ਿਆਂ ਦੇ ਵਿੱਚ ਵੜ ਜਾਂਦਾ। ਕਿਉਂ? ਕਿਉਂਕਿ ਉਸ ਵੇਲੇ ਉਹ ਰੀਚ ਆਊਟ ਨਹੀਂ ਕਰ ਪਾਉਂਦਾ। ਰੀਚ ਆਊਟ ਦਾ ਮਤਲਬ ਹੈ ਕਿਸੇ ਨਾਲ ਆਪਣੀ ਮਨ ਦੀ ਗੱਲ ਸਾਂਝੀ ਕਰ ਸਕਣਾ। ਇਹ ਸਭ ਤੋਂ ਵੱਡਾ ਰੀਜ਼ਨ ਹੈ। ਜਦੋਂ ਅਸੀਂ ਆਪਣੀ ਇਮੋਸ਼ਨਸ ਨੂੰ ਐਕਸਪ੍ਰੈਸ ਨਹੀਂ ਕਰ ਪਾਉਂਦੇ ਤਾਂ ਵੀ ਅਸੀਂ ਨਸ਼ਿਆਂ ਦੇ ਅਧੀਨ ਹੋ ਜਾਂਦੇ ਹਾਂ। ਹੁਣ ਸਾਨੂੰ ਇਹਨਾਂ 'ਤੇ ਪਤਾ ਲੱਗ ਗਿਆ ਕਿ ਕਾਰਨ ਤਾਂ ਬਹੁਤ ਸਾਰੇ ਹੈ, ਪਰ ਆਪਾਂ ਕਰਨਾ ਕੀ ਹੈ? ਫੈਮਿਲੀ ਨੇ ਕੀ ਕਰਨਾ ਹੈ? ਅਸੀਂ ਨਾ ਕਲਾਸਿਸ ਅਟੈਂਡ ਕਰਦੇ ਹਾਂ। ਕਲਾਸ ਇਜ਼ ਅ ਵਰਡ ਜਿਹੜੀ ਮੈਂ ਕਹਾਂਗੀ। ਹੁਣ ਜਿਵੇਂ ਆਪਾਂ ਬੈਠੇ ਹਾਂ ਵੀ ਇੱਕ ਤਾਂ ਕਾਈਂਡ ਆਫ ਕਲਾਸ ਹੈ ਨਾ, ਅਸੀਂ ਬੱਚਿਆਂ ਨੂੰ ਵੀ ਕਲਾਸ 'ਤੇ ਬਿਠਾਉਂਦੇ ਹਾਂ। ਮੇਰੇ ਵਾਸਤੇ ਕਲਾਸ ਦਾ ਮੀਨਿੰਗ ਥੋੜ੍ਹਾ ਜਿਹਾ ਡਿਫਰੈਂਟ ਹੈ, ਜਿਹੜਾ ਮੈਂ ਚਾਹਾਂਗੀ ਫੈਮਿਲੀ ਨੂੰ ਸਮਝ ਆਏ। ਕਲਾਸ, CLASS, ਕਲਾਸ ਦੇ ਵਿੱਚ ਸਭ ਤੋਂ ਪਹਿਲੀ ਸੀ ਹੈਗੀ ਹੈ ਕਮਿਊਨੀਕੇਟ। ਕਮਿਊਨੀਕੇਟ ਦਾ ਮਤਲਬ ਹੈ ਗੱਲਬਾਤ ਕਰਨੀ। ਅਸੀਂ ਬੀਇੰਗ ਪੈਰੈਂਟਸ ਕੀ ਕਰਦੇ ਹਾਂ? ਮੈਨੂੰ ਪਤਾ ਲੱਗਾ ਤੂੰ ਨਸ਼ੇ ਕਰਦਾ ਪਿਆ, ਮੈਨੂੰ ਫਲਾਣੇ ਕੋਲੋਂ ਪਤਾ ਲੱਗਾ, ਤੂੰ ਦੱਸ ਕਰਦਾ ਕਿ ਨਹੀਂ ਕਰਦਾ, ਤੂੰ ਕਿੰਨੀ ਵਾਰੀ ਕਰਦਾ, ਤੂੰ ਕਿਸ ਤਰ੍ਹਾਂ ਕਰਦਾ। ਸਾਡੀ ਆਪਣੀ ਫੈਮਿਲੀ ਦੀ ਕਮਿਊਨੀਕੇਸ਼ਨ ਸਕਿੱਲਸ ਨਹੀਂ ਅੱਛੀਆਂ ਹੈਗੀਆਂ ਬੱਚੇ ਦੇ ਨਾਲ। ਅਸੀਂ ਔਖਾ ਹੋ ਕੇ ਬੋਲ ਰਹੇ ਹਾਂ, ਗੁੱਸੇ ਨਾਲ ਬੋਲ ਰਹੇ ਹਾਂ। ਕਿਉਂ? ਕਿਉਂਕਿ ਸਾਨੂੰ ਲੱਗ ਰਿਹਾ ਕਿ ਸਾਡੀ ਬੇਇੱਜ਼ਤੀ ਹੋ ਗਈ, ਸਾਡੀ ਬਦਨਾਮੀ ਕਰਤੀ ਬੱਚੇ ਨੇ। ਮਤਲਬ ਅਸੀਂ ਪਰਿਵਾਰ ਸਾਡਾ ਇੰਨਾ ਵਧੀਆ, ਇੰਨਾ ਸਫਿਸਟੀਕੇਟਿਡ ਪਰਿਵਾਰ ਹੈ, ਇਹਨੇ ਕੀ ਕਰਤਾ ਸਾਡੇ ਨਾਲ, ਲੋਕੀ ਕੀ ਕਹਿਣਗੇ। ਸਾਨੂੰ ਕਮਿਊਨੀਕੇਸ਼ਨ ਸਕਿੱਲਸ ਚੰਗੇ ਕਰਨੇ ਪੈਣਗੇ, ਆਪਣੇ ਬੱਚੇ ਤੱਕ ਪਹੁੰਚ ਰੱਖਣੀ ਪਏਗੀ, ਉਹਨੂੰ ਰੀਚ ਆਊਟ ਕਰਨਾ ਪਏਗਾ, ਉਹਦੇ ਨਾਲ ਗੱਲਬਾਤ ਕਰਨੀ ਪਏਗੀ, ਫਿਰ ਅਸੀਂ ਉਹਦੀ ਮਦਦ ਕਰ ਸਕਦੇ ਹਾਂ। ਅਦਰਵਾਈਜ਼ ਅਸੀਂ ਮਦਦ ਨਹੀਂ ਕਰ ਪਾਵਾਂਗੇ। ਦੂਸਰੀ ਚੀਜ਼ ਹੈ ਲਿਸਨ। ਸਾਡੇ 'ਚ ਨਾ ਸੁਣਨ ਦਾ ਮਾਦਾ ਵੀ ਨਹੀਂ ਹੁੰਦਾ। ਅਸੀਂ ਕਿਉਂਕਿ ਆਪ ਹੀ ਅੱਕੇ ਥੱਕੇ ਹੁੰਦੇ ਹਾਂ। ਸਾਨੂੰ ਪਤਾ ਲੱਗਦਾ ਹੈ ਜਦੋਂ ਲੋਕਾਂ ਕੋਲੋਂ ਸਾਨੂੰ ਇੰਨੀ ਜ਼ਿਆਦਾ ਆਪਣੇ ਆਪ ਦੇ ਵਿੱਚ ਬੇਇੱਜ਼ਤੀ ਮਹਿਸੂਸ ਹੁੰਦੀ ਹੈ, ਸਾਨੂੰ ਆਪਣੇ ਆਪ 'ਚ ਇੰਨੀ ਜ਼ਿਆਦਾ ਨੈਗੇਟਿਵਿਟੀ ਫੀਲ ਹੁੰਦੀ ਹੈ ਕਿ ਅਸੀਂ ਸੁਣ ਨਹੀਂ ਸਕਦੇ। ਫੋਰ ਐਗਜ਼ਾਮਪਲ ਇੱਕ ਪੇਸ਼ੈਂਟ ਬਹੁਤ ਗੁੱਸੇ 'ਚ ਹੈ, ਐਗਰੈਸਿਵ ਹੋਇਆ ਪਿਆ ਔਰ ਇੰਨਾ ਗੁੱਸਾ ਕਰ ਰਿਹਾ ਹੈ, ਔਰ ਮਾਂ ਬਾਪ ਜਾਂ ਕੁਛ, ਠੀਕ ਹੈ ਫਿਰ ਜਾ, ਇਹ ਲੈ 1000 ਰੁਪਇਆ ਤੂੰ ਚੱਲ ਜਾ। ਕਿਉਂਕਿ ਅਸੀਂ ਸੁਣ ਨਹੀਂ ਨਾ ਪਾ ਰਹੇ ਹਾਂ। ਕੀ ਹੋਏਗਾ? ਵੱਧ ਤੋਂ ਵੱਧ ਅਸੀਂ ਅੱਧਾ ਘੰਟਾ ਸੁਣਾਂਗੇ, 15 ਮਿੰਟ ਸੁਣਾਂਗੇ, ਪੌਣਾ ਘੰਟਾ ਬੋਲੇਗਾ, ਘੰਟਾ ਬੋਲੇਗਾ। ਆਰਾਮ ਨਾਲ, ਪਿਆਰ ਨਾਲ ਜਦੋਂ ਅਸੀਂ ਸੁਣਦੇ ਰਹਾਂਗੇ ਨਾ, ਉਹ ਬੋਲ ਕਿਉਂ ਰਿਹਾ, ਉਹ ਗੁੱਸਾ ਕਿਉਂ ਕਰ ਰਿਹਾ? ਕਿਉਂਕਿ ਉਹਦੀ ਆਪਣੀ ਪੇਨ ਹੈ ਨਾ, ਉਹਨੂੰ ਤਕਲੀਫ ਹੋ ਰਹੀ ਹੈ, ਉਹਨੂੰ ਤੋੜ ਮਚ ਰਹੀ ਹੈ, ਉਹਨੂੰ ਅੰਦਰੋਂ ਗੁੱਸਾ ਇਸ ਕਰਕੇ ਆ ਰਿਹਾ ਕਿਉਂਕਿ ਉਹਨੂੰ ਇੰਨੀ ਤੋੜ ਮਚ ਰਹੀ ਹੈ, ਉਹਨੂੰ ਸਮਝ ਨਹੀਂ ਆ ਰਹੀ ਮੈਂ ਕੀ ਕਰਾਂ, ਇਸ ਕਰਕੇ ਉਹ ਗੁੱਸਾ ਕਰ ਰਿਹਾ। ਅਗਰ ਕਈ ਵਾਰੀ ਕੀ ਹੁੰਦਾ ਹੈ ਕਿ ਬੱਚਾ ਆਇਆ ਔਰ ਤੁਹਾਨੂੰ ਕੋਈ ਗੱਲ ਕਹਿਣਾ ਚਾਹ ਰਿਹਾ ਹੈ, ਬੱਚਾ ਹੋ ਗਿਆ, ਤੁਹਾਡੇ ਹੋਰ ਫੈਮਿਲੀ ਮੈਂਬਰਸ ਹੋ ਗਏ, ਜਿਵੇਂ ਹਸਬੈਂਡ ਹੈ ਜਾਂ ਕੋਈ ਵੀ ਜੋ ਵੀ ਨਸ਼ੇ 'ਚ ਹੈਗਾ, ਅਗਰ ਤੁਹਾਨੂੰ ਕੁਝ ਕਹਿਣਾ ਵੀ ਚਾਹ ਰਿਹਾ, ਅਸੀਂ ਨਹੀਂ ਸੁਣਦੇ। ਅਸੀਂ ਕਹਿੰਦੇ ਹਾਂ ਇਹ ਤਾਂ ਨਸ਼ੇ ਦੇ ਵਿੱਚ ਹੈਗਾ, ਇਹਨੇ ਤਾਂ ਪਤਾ ਨਹੀਂ ਕੀ ਗੱਲ ਕਰਨੀ ਹੈਗੀ ਹੈ, ਇਹਨੇ ਕੋਈ ਪੁੱਠੀ ਗੱਲ ਕਰਨੀ ਹੈ ਜਾਂ ਕੋਈ ਪੁੱਠੀ ਡਿਮਾਂਡ ਕਰਨੀ ਹੈ, ਅਸੀਂ ਸੁਣਨਾ ਹੀ ਨਹੀਂ ਚਾਹੁੰਦੇ। ਸੁਣਨਾ ਬਹੁਤ ਜ਼ਰੂਰੀ ਹੈ। ਕਮਿਊਨੀਕੇਟ ਕਰਨਾ, ਗੱਲਬਾਤ ਕਰਨੀ ਮਰੀਜ਼ ਦੇ ਨਾਲ, ਉਹਨੂੰ ਰੀਚ ਆਊਟ ਕਰਨਾ, ਅਤੇ ਸੁਣਨਾ ਵੀ ਬਹੁਤ ਜ਼ਰੂਰੀ ਹੈ। ਸੁਣੋ ਕੀ ਕਹਿੰਦਾ ਪਿਆ, ਕੋਈ ਗੱਲ ਨਹੀਂ, ਕੋਈ ਇੱਕ ਅੱਧੀ ਗੱਲ ਗਲਤ ਵੀ ਕਹਿ ਰਿਹਾ ਪਰ ਆਪਾਂ ਸੁਣੀਏ ਸਹੀ। ਐਟਲੀਸਟ ਉਹਨੂੰ ਇਹ ਲੱਗੇ ਕਿ ਕੋਈ ਤਾਂ ਕੰਸਰਨ ਹੈ, ਕੋਈ ਤਾਂ ਮੇਰੇ ਨਾਲ ਬੈਠਾ ਹੋਇਆ, ਕੋਈ ਖਲੋਤਾ ਹੋਇਆ ਮੇਰੇ ਨਾਲ। ਅਟੈਂਟਿਵ ਟੂ ਦ ਬਿਹੇਵੀਅਰ ਬਹੁਤ ਇੰਪੋਰਟੈਂਟ ਚੀਜ਼ ਹੈ। ਬਹੁਤ ਸਾਰੇ ਅਸੀਂ ਬੀਇੰਗ ਫੈਮਿਲੀ, ਬੀਇੰਗ ਪੇਰੈਂਟਸ ਲੇਟ ਹੋ ਜਾਂਦੇ ਹਾਂ ਇਲਾਜ ਲਈ, ਕਿਉਂਕਿ ਕੁਛ ਬਿਹੇਵੀਅਰ ਹੁੰਦੇ ਆ। ਬਿਹੇਵੀਅਰ ਹੁੰਦਾ ਵਤੀਰਾ ਮਤਲਬ ਜੋ ਲੋਕੀ ਦੇਖਦੇ ਹੈ, ਤੁਸੀਂ ਦੇਖਦੇ ਹੋ। ਜੇ ਮੈਂ ਮਰੀਜ਼ ਹਾਂ ਤਾਂ ਮੈਨੂੰ ਆਪਣਾ ਬਿਹੇਵੀਅਰ ਨਹੀਂ ਨਜ਼ਰ ਆਏਗਾ, ਮੈਂ ਕੁਛ ਵੀ ਕਰ ਰਹੀ ਹਾਂ ਮੈਨੂੰ ਨਹੀਂ ਪਤਾ ਲੱਗੇਗਾ ਮੈਂ ਕੀ ਕਰ ਰਹੀ ਹਾਂ। ਅਸੀਂ ਛੋਟੇ ਛੋਟੇ ਬਿਹੇਵੀਅਰ ਦੇਖੀਏ ਮਰੀਜ਼ ਦੇ, ਜਿਵੇਂ ਪਹਿਲੇ ਮਰੀਜ਼ ਖੁਸ਼ ਰਹਿੰਦਾ ਸੀ, ਹੁਣ ਮਰੀਜ਼ ਚੁੱਪ ਰਹਿ ਰਿਹਾ, ਹੁਣ ਤੁਹਾਡੇ ਨਾਲ ਗੱਲ ਨਹੀਂ ਕਰ ਰਿਹਾ। ਪਹਿਲੇ ਮਰੀਜ਼ ਸਾਰਿਆਂ ਦੇ ਵਿੱਚ ਬਹਿੰਦਾ ਸੀ, ਹੁਣ ਇਕੱਲਾ ਇਕੱਲਾ ਬਹਿ ਰਿਹਾ। ਇਸ ਤਰ੍ਹਾਂ ਛੋਟੇ ਮੋਟੇ ਬਿਹੇਵੀਅਰ ਹੈ। ਹੁਣ ਚਿੜਚਿੜਾ ਜ਼ਿਆਦਾ ਹੋ ਗਿਆ, ਹੁਣ ਨਹਾ ਧੋ ਨਹੀਂ ਰਿਹਾ, ਹੁਣ ਕੰਮ ਨਹੀਂ ਕਰ ਰਿਹਾ, ਬਾਹਰ ਨਹੀਂ ਜਾ ਰਿਹਾ, ਅਤੇ ਜੇ ਜਾ ਰਿਹਾ ਹੈ ਤਾਂ ਕੁਛ ਬਹੁਤ ਘੰਟਿਆਂ ਲਈ ਜਾ ਰਿਹਾ ਅਤੇ ਵਾਪਸ ਨਹੀਂ ਆ ਰਿਹਾ। ਅਗਰ ਅਸੀਂ ਛੋਟੇ ਛੋਟੇ ਬਿਹੇਵੀਅਰਸ ਪਹਿਲੇ ਹੀ ਮੁੱਢਲੇ ਤੌਰ 'ਤੇ ਦੇਖ ਲਈਏ ਔਰ ਉਹਨੂੰ ਪਕੜ ਲਈਏ, ਫਿਰ ਅਸੀਂ ਬਹੁਤ ਵਧੀਆ ਹੈਲਪ ਕਰ ਸਕਦੇ ਹਾਂ ਮਰੀਜ਼ ਦੇ ਨਾਲ ਗੱਲ ਕਰਕੇ।
ਅੱਛਾ, ਇੱਕ ਇਹ ਚੀਜ਼ ਹੈਗੀ ਹੈ, ਨੈਕਸਟ ਐਸ ਜਿਹੜਾ ਹੈਗਾ ਸੈਟ ਐਨ ਐਗਜ਼ਾਮਪਲ। ਇਹ ਬਹੁਤ ਇੰਪੋਰਟੈਂਟ ਹੈ ਜੀ। ਸੈਟ ਐਨ ਐਗਜ਼ਾਮਪਲ ਦਾ ਮਤਲਬ ਹੈ, ਫॉर ਐਗਜ਼ਾਮਪਲ ਅਸੀਂ ਘਰ ਦੇ ਵਿੱਚ ਕੋਈ ਵੀ ਸ਼ਰਾਬ ਪੀ ਰਹੇ ਹਾਂ, ਫਾਦਰ, ਗ੍ਰੈਂਡਫਾਦਰ ਜਾਂ ਕੋਈ ਵੀ, ਔਰ ਅਸੀਂ ਕਹਿੰਦੇ ਹਾਂ ਕਿ ਅਸੀਂ ਤਾਂ ਨਸ਼ੇਬਾਜ਼ ਹੈਗੇ ਨਹੀਂ, ਅਸੀਂ ਤਾਂ ਕਦੀ ਕਦੀ ਪੀਂਦੇ ਹਾਂ। ਅਗਰ ਅਸੀਂ ਘਰ ਦੇ ਵਿੱਚ ਹਫਤੇ ਬਾਅਦ, 10 ਦਿਨ ਬਾਅਦ, 15 ਦਿਨ ਬਾਅਦ ਜਾਂ ਮਹੀਨੇ ਬਾਅਦ ਮਰੀਜ਼ ਦੇ ਸਾਹਮਣੇ ਕੋਈ ਵੀ ਨਸ਼ਾ ਯੂਜ਼ ਕਰ ਰਹੇ ਹਾਂ, ਫਿਰ ਅਸੀਂ ਮਰੀਜ਼ ਨੂੰ ਨਹੀਂ ਕਹਿ ਸਕਦੇ ਕਿ ਬੇਟਾ ਤੂੰ ਠੀਕ ਹੋ ਜਾ। ਸਾਨੂੰ ਖੁਦ ਨੂੰ ਇੱਕ ਐਗਜ਼ਾਮਪਲ ਸੈੱਟ ਕਰਨੀ ਪਏਗੀ, ਸਾਨੂੰ ਵੀ ਆਪਣੇ ਉੱਪਰ ਕੰਮ ਕਰਨਾ ਪਏਗਾ। ਅਸੀਂ ਮਰੀਜ਼ ਤੇ ਕੰਮ ਕਰ ਰਹੇ ਹਾਂ, ਮਰੀਜ਼ ਦੇ ਪੂਰੇ ਦਿਵਾਲੇ ਹੋਏ ਪਏ ਹਾਂ, ਇੰਝ ਕਰ ਇੰਝ ਕਰ ਇੰਝ ਕਰ, ਪਰ ਕੀ ਅਸੀਂ ਆਪਣੇ ਉੱਪਰ ਕੰਮ ਕਰ ਰਹੇ ਹਾਂ? ਗੁੱਸਾ, ਫਰਸਟ੍ਰੇਸ਼ਨ, ਐਂਗਜ਼ਾਇਟੀ, ਡਿਪਰੈਸ਼ਨ, ਇਹ ਮੇਨ ਚੀਜ਼ਾਂ ਹੈਗੀਆਂ ਜਿਹੜੀਆਂ ਮੋਸਟਲੀ ਘਰਾਂ ਦੇ ਵਿੱਚ ਹੁੰਦੀਆਂ ਵੈ। ਅਸੀਂ ਖੁਦ ਹੀ ਇੰਨੇ ਬੇਚੈਨ ਹਾਂ, ਅਸੀਂ ਖੁਦ ਹੀ ਇੰਨੇ ਐਂਕਸ਼ੀਅਸ ਹਾਂ। ਸਾਡੀ ਐਂਗਜ਼ਾਇਟੀ ਮਰੀਜ਼ ਨੂੰ ਦਿਖਦੀ ਪਈ ਹੈ ਪੂਰੀ, ਕਿ ਮੇਰੇ ਮਦਰ ਐਂਕਸ਼ੀਅਸ ਹੈ ਜਾਂ ਮੇਰੇ ਫਾਦਰ ਐਂਕਸ਼ੀਅਸ ਹੈ ਜਾਂ ਉਹ ਡਿਪਰੈਸ਼ਨ ਦੇ ਵਿੱਚ ਹੈਗੇ ਹੈ ਜਾਂ ਉਹਨਾਂ ਨੂੰ ਪ੍ਰੋਬਲਮ ਆ ਰਹੀ ਹੈ। ਜਦ ਤੱਕ ਅਸੀਂ ਉਹ ਵਾਲੀ ਐਂਗਜ਼ਾਇਟੀ ਨੂੰ ਕਵਰ ਅਪ ਨਹੀਂ ਕਰਾਂਗੇ, ਅਸੀਂ ਫਿਰ ਠੀਕ ਨਹੀਂ ਹੋ ਸਕਦੇ। ਅਗਰ ਅੱਜ ਅਸੀਂ ਆਪਣੇ ਗੁੱਸੇ 'ਤੇ ਕਾਬੂ ਪਾ ਲਿਆ, ਅਸੀਂ ਖੁਦ ਪੇਸ਼ੈਂਟ ਹੋ ਗਏ, ਅਸੀਂ ਅੱਛੇ ਲਿਸਨਰ ਹੋ ਗਏ, ਫਿਰ ਅਸੀਂ ਮਰੀਜ਼ 'ਤੇ ਕੰਮ ਕਰ ਸਕਦੇ ਹਾਂ। ਸਾਨੂੰ ਖੁਦ ਨੂੰ ਇੱਕ ਐਗਜ਼ਾਮਪਲ ਸੈੱਟ ਕਰਨੀ ਪਏਗੀ ਆਪਣੇ ਮਰੀਜ਼ ਦੇ ਅੱਗੇ। ਪਹਿਲੇ ਖੁਦ 'ਤੇ ਕੰਮ ਕਰੀਏ, ਪਹਿਲੇ ਖੁਦ ਦੇ ਖਾਲੀਪਨ ਨੂੰ ਦੂਰ ਕਰੀਏ, ਫਿਰ ਅਸੀਂ ਮਰੀਜ਼ ਦੇ ਖਾਲੀਪਨ ਨੂੰ ਦੂਰ ਕਰ ਸਕਦੇ ਹਾਂ। ਇਸ ਤੋਂ ਇਲਾਵਾ ਸਟਰੈਂਥਨ ਦ ਬੌਂਡ। ਸਾਡਾ ਬੌਂਡ ਜਿਹੜਾ ਹੈ ਨਾ, ਆਪਸੀ ਬੌਂਡ, ਉਹ ਮਜ਼ਬੂਤ ਨਹੀਂ ਹੈਗਾ। ਕਿਤੇ ਨਾ ਕਿਤੇ ਉਹਦੇ ਵਿੱਚ ਇੰਨੀ ਦੂਰੀ ਹੈ। ਮਤਲਬ ਮਰੀਜ਼ ਸਾਡਾ ਇੱਥੇ ਹੈ, ਅਸੀਂ ਇੱਥੇ ਖੜ੍ਹੇ ਹਾਂ। ਜਦ ਤੱਕ ਉਹ ਬੌਂਡ ਇਕੱਠਾ ਨਹੀਂ ਹੋ ਜਾਂਦਾ, ਅਸੀਂ ਟੁਗੈਦਰ ਨਹੀਂ ਹੋ ਜਾਂਦੇ, ਤਦ ਤੱਕ ਅਸੀਂ ਸ਼ਾਇਦ ਉਹਦੀ ਕੋਈ ਮਦਦ ਨਹੀਂ ਕਰ ਪਾਵਾਂਗੇ। ਸੋ ਸਾਰਾ ਕੁਝ ਕਰਕੇ ਔਰ ਅਸੀਂ ਹੈਲਪ ਸੀਖ ਕਰੀਏ ਕਿਸੇ ਪ੍ਰੋਫੈਸ਼ਨਲ ਕੋਲ ਜਾ ਕੇ, ਸਾਈਕੈਟਰਿਸਟ ਕੋਲ ਜਾ ਕੇ, ਸਾਈਕੋਲੋਜਿਸਟ ਕੋਲ ਜਾ ਕੇ। ਜਦੋਂ ਅਸੀਂ ਇਸ ਬਾਰੇ ਗੱਲ ਕਰਦੇ ਹਾਂ ਤਾਂ ਅਸੀਂ ਆਪਣੀ ਪੇਸ਼ੈਂਟ ਦੀ ਬਹੁਤ ਅੱਛੀ ਮਦਦ ਕਰ ਸਕਦੇ ਹਾਂ। ਇਹ ਕਲਾਸ ਜਿਹੜੀ ਅਸੀਂ ਆਪਣੇ ਬੱਚਿਆਂ ਨੂੰ ਅਟੈਂਡ ਕਰਾਉਂਦੇ ਹਾਂ, ਇਹਨੂੰ ਅਸੀਂ ਅਟੈਂਡ ਕਰੀਏ, ਇਹਨੂੰ ਸਮਝੀਏ, ਚੰਗੀ ਤਰ੍ਹਾਂ ਗੱਲਬਾਤ ਕਰ ਸਕਣਾ, ਉਹਦੀ ਗੱਲ ਨੂੰ ਸੁਣ ਸਕਣਾ, ਉਹਦੇ ਬਿਹੇਵੀਅਰ ਨੂੰ ਓਬਜ਼ਰਵ ਕਰਨਾ, ਖੁਦ ਇੱਕ ਐਗਜ਼ਾਮਪਲ ਬਣਨਾ ਉਹਦੇ ਅੱਗੇ। ਜੇ ਸਾਡੇ ਅੰਦਰ ਕੋਈ ਤਰੁਟੀ ਹੈ, ਕੋਈ ਕਮੀ ਹੈ, ਅਸੀਂ ਉਹਦੇ 'ਤੇ ਵਰਕ ਕਰੀਏ ਨਾ, ਜਦੋਂ ਆਪਣੇ ਵੀ ਸੈਲਫ ਐਨਾਲਿਸਿਸ ਕਰੀਏ ਔਰ ਅਸੀਂ ਇੱਕ ਬੌਂਡ ਚੰਗਾ ਬਣਾਈਏ, ਉਹਦੇ ਨਾਲ ਜੁੜ ਕੇ ਰਹੀਏ, ਤੇ ਫਿਰ ਅਸੀਂ ਆਪਣੇ ਮਰੀਜ਼ ਦੀ ਬਹੁਤ ਮਦਦ ਕਰ ਸਕਦੇ ਹਾਂ। ਕਿਸੇ ਨੇ ਕੋਈ ਇਹਦੇ ਬਾਰੇ ਸਵਾਲ ਕਰਨਾ ਹੋਏ, ਐਨੀ ਕੁਐਸਚਨ, ਐਨੀ ਕੁਐਰੀ ਰਿਗਾਰਡਿੰਗ ਦਿਸ? ਇਹ ਠੀਕ ਹੈ? ਤੁਹਾਨੂੰ ਪਤਾ ਸੀਗਾ ਇਹ ਚੀਜ਼ ਕਿ ਜੀਨਸ ਦੇ ਵਿੱਚ ਹੁੰਦਾ ਹੈ, ਫੈਮਿਲੀ ਹਿਸਟਰੀ ਪੋਜ਼ੀਟਿਵ ਹੋਏ ਤੇ ਅਸੀਂ ਨਸ਼ਿਆਂ ਦੇ ਵਿੱਚ ਜਾ ਸਕਦੇ ਹਾਂ? ਪਤਾ ਸੀਗਾ? ਨਹੀਂ ਪਤਾ ਸੀਗਾ। ਇਹ ਇੱਕ ਸਭ ਤੋਂ ਇੰਪੋਰਟੈਂਟ ਚੀਜ਼ ਹੈ ਜਿਹੜੀ ਅਸੀਂ ਅਣਗਹਿਲਾ ਕਰ ਦਿੰਦੇ ਹਾਂ ਬਹੁਤ ਜ਼ਿਆਦਾ। ਅਗਰ ਕਿਸੇ ਦੀ ਫੈਮਿਲੀ 'ਚ ਕੈਂਸਰ ਹੋਵੇ ਨਾ, ਕੈਂਸਰ ਦੀ ਹਿਸਟਰੀ ਹੋਵੇ, ਉਹ ਧਿਆਨ ਰੱਖਦੇ, ਆਪਣੇ ਟੈਸਟ ਕਰਾਉਂਦੇ ਰਹਿੰਦੇ ਬਾਰ-ਬਾਰ। ਕਿਸੇ ਨੂੰ ਹਾਰਟ ਅਟੈਕ ਦੀ ਹਿਸਟਰੀ ਹੋਵੇ, ਉਹ ਵੀ ਆਪਣੇ ਹਾਰਟ ਦੇ ਕੋਲੈਸਟਰੋਲ ਦੇ ਟੈਸਟ ਕਰਾਉਂਦੇ ਰਹਿੰਦੇ ਹੈ। ਇਸੇ ਤਰੀਕੇ ਨਾਲ ਕਿਸੇ ਨੂੰ ਡਾਇਬਟੀਜ਼ ਹੋਵੇ, ਆਪਣੀ ਜੱਦੀ ਪੁਸ਼ਤੀ, ਉਹ ਵੀ ਬੜੇ ਧਿਆਨ ਰੱਖਦੇ ਆ ਕਿ ਡਾਇਬਟੀਜ਼ ਨਾ ਆ ਜਾਏ। ਕੀ ਅਸੀਂ ਕਦੀ ਐਡਿਕਸ਼ਨ ਦੀ ਬਿਮਾਰੀ ਦਾ ਟੈਸਟ ਕਰਾਇਆ ਕਿਸੇ ਨੇ? ਕਿ ਮੇਰੇ ਘਰ 'ਚ ਐਡਿਕਸ਼ਨ ਦੀ ਬਿਮਾਰੀ ਹੈ ਤਾਂ ਮੈਂ ਪਹਿਲੇ ਟੈਸਟ ਕਰਾ ਲਾਂ, ਪਹਿਲੇ ਹੈਲਪ ਸੀਕ ਕਰ ਲਾਂ? ਅਸੀਂ ਕਦੀ ਵੀ ਨਹੀਂ ਕੀਤੀ। ਇਹਨੂੰ अर्ਲੀ ਇੰਟਰਵੈਂਸ਼ਨ ਕਹਿੰਦੇ ਆ। ਅਸੀਂ ਅਗਰ ਸਾਨੂੰ ਪਤਾ ਹੈ ਸਾਡੀ ਫੈਮਿਲੀ 'ਚ ਕੋਈ ਵੀ ਨਸ਼ਾ ਕਰ ਰਿਹਾ ਕਿਸੇ ਵੀ ਤਰ੍ਹਾਂ ਦਾ, ਭਾਵੇਂ ਸ਼ਰਾਬ ਹੈ, ਅਫੀਮ ਹੈ, ਹੀਰੋਇਨ ਹੈ, ਕੈਪਸੂਲਸ ਹੈ, ਕੋਈ ਵੀ ਹੈ, ਅਗਰ ਅਸੀਂ ਉਸ ਚੀਜ਼ ਬਾਰੇ ਜਾਣੂ ਹਾਂ, ਸਾਡੇ ਆਉਣ ਵਾਲੇ ਜਿਹੜੇ ਬੱਚੇ ਹੈ ਜਾਂ ਪੀੜ੍ਹੀ ਹੈ, ਉਹਨਾਂ 'ਚ ਉਹ ਜਾਣ ਦੀ ਬਹੁਤ ਜ਼ਿਆਦਾ ਹੈਗੀ ਹੈ, ਜਾ ਸਕਦੇ ਉਸ ਚੀਜ਼ ਦੇ ਵਿੱਚ, ਅਤੇ ਪੋਸੀਬਿਲਿਟੀ ਹੈ ਕਿ ਉਸ ਚੀਜ਼ ਦੇ ਵਿੱਚ ਚਲੇ ਜਾਣ। ਅਤੇ ਅਸੀਂ ਜੇ ਟਾਈਮਲੀ ਉਹਨੂੰ ਇੰਟਰਵੈਂਸ਼ਨ ਕਰਕੇ ਉਹਦਾ ਟਰੀਟਮੈਂਟ ਕਰ ਲਈਏ, ਔਰ ਉਹਦੇ ਵਿੱਚ ਨਾ ਸਾਨੂੰ ਬਿਹੇਵੀਅਰਸ ਦਿਖਣੇ ਸ਼ੁਰੂ ਹੋ ਜਾਂਦੇ ਆ। ਫॉर ਐਗਜ਼ਾਮਪਲ ਕਿ ਅਸੀਂ ਆਪਣੇ ਪੇਸ਼ੈਂਟ ਦਾ ਟਰੀਟਮੈਂਟ ਕਰਾ ਰਹੇ ਹਾਂ ਔਰ ਉਸ ਪੇਸ਼ੈਂਟ ਦਾ ਉਮਰ ਹੈ ਕੋਈ 30-32 ਸਾਲ, ਠੀਕ ਹੈ, ਔਰ ਉਹਦਾ ਬੱਚਾ 8 ਸਾਲ ਦਾ ਹੈ, ਛੋਟਾ, ਔਰ ਉਹਦੇ ਅੰਦਰ ਹਾਈਪਰ ਐਕਟੀਵਿਟੀ ਸਾਨੂੰ ਦਿਖ ਰਹੀ ਹੈ, ਤੇਜ਼ੀ ਦਿਖ ਰਹੀ ਹੈ ਸਾਨੂੰ ਉਹਦੇ ਅੰਦਰ, ਉਹ ਟਿਕ ਨਹੀਂ ਰਿਹਾ, ਬੈਠ ਨਹੀਂ ਰਿਹਾ, ਸੁਣ ਨਹੀਂ ਰਿਹਾ, ਉਹਦੇ ਅੰਦਰ ਜ਼ਿੱਦ ਹੈ, ਅਤੇ ਫਿਰ ਇਹਦਾ ਮਤਲਬ ਹੈ ਸਾਨੂੰ ਦਿਖਣਾ ਚਾਹੀਦਾ ਹੈ ਕਿ ਸਾਨੂੰ ਸਿੰਪਟਮਸ ਆਉਣੇ ਸ਼ੁਰੂ ਹੋ ਗਏ ਆ ਸਾਡੇ ਬੱਚੇ ਵਾਸਤੇ। ਅਸੀਂ ਪਹਿਲੇ ਹੀ ਉਸ ਚੀਜ਼ ਨੂੰ ਟਰੀਟ ਕਰ ਲਈਏ, ਪਹਿਲੇ ਹੀ ਉਸ ਚੀਜ਼ ਨੂੰ ਰੋਕ ਲਈਏ ਤਾਂ ਕਿ ਇਹ ਚੀਜ਼ਾਂ ਅੱਗੇ ਨਾ ਵਧਣ। ਕੁਛ ਹੋਰ ਕਿਸੇ ਨੇ ਪੁੱਛਣਾ ਹੋਏ ਦੱਸੋ? ਰੋਕਣ ਲਈ ਅਸੀਂ ਸਾਈਕੋਲੋਜਿਸਟ, ਜਿਵੇਂ ਅਸੀਂ ਸਾਈਕੋਲੋਜਿਸਟ ਹਾਂ, ਸਾਈਕੈਟਰਿਸਟ ਹਾਂ, ਜਨਰਲ ਅਸੈਸਮੈਂਟ ਵਾਸਤੇ ਜਾ ਸਕਦੇ ਹਾਂ, ਚੈੱਕ ਕਰਵਾ ਸਕਦੇ ਹਾਂ ਉਹਨਾਂ ਨੂੰ, ਠੀਕ ਹੈ। ਜ਼ਰੂਰੀ ਤਾਂ ਨਹੀਂ ਅਸੀਂ ਛੋਟੇ ਜਿਹੇ ਬੱਚੇ ਨੂੰ ਦਵਾਈਆਂ ਸ਼ੁਰੂ ਕਰ ਦੇਣੀ ਹੈ, ਪਰ ਅਗਰ ਉਹਦੀ ਇੱਕ IQ ਅਸੈਸਮੈਂਟ ਹੁੰਦੀ ਹੈ,
ਉਹਦੀ ਪਰਸਨੈਲਿਟੀ ਅਸੈਸਮੈਂਟ ਹੁੰਦੀ ਹੈ, ਕੁਝ ਸਾਈਕੋਲੋਜੀਕਲ ਟੂਲਸ ਹੁੰਦੇ ਆ, ਅਸੀਂ ਉਹ ਟੈਸਟ ਕਰਵਾ ਸਕਦੇ ਹਾਂ ਦੇਖਣ ਵਾਸਤੇ ਕਿ ਬੱਚੇ ਦੇ ਬਿਹੇਵੀਅਰ 'ਚ ਵਾਕਈ ਕੋਈ ਚੇਂਜ ਹੈ ਕਿ ਬੱਚਾ ਡਰਿਆ ਹੋਇਆ ਵੈ, ਕਿ ਬੱਚੇ ਦੇ ਅੰਦਰ ਕੋਈ এনवायरमेंटल ਫੈਕਟਰ ਆ ਗਿਆ ਕਿ ਜੋ ਘਰ ਦੇ ਵਿੱਚ ਦੇਖਦਾ ਪਿਆ ਹੈ ਉਹਨੇ ਸਿੱਖ ਲਿਆ ਉਹ ਸਭ ਕੁਝ ਕਰਨਾ, ਤਾਂ ਫਿਰ ਉਹਨੂੰ ਕਾਉਂਸਲਿੰਗ ਦੇ ਥਰੂ ਅਸੀਂ ਠੀਕ ਕਰ ਸਕਦੇ ਹਾਂ ਉਹਦੀ ਕਾਉਂਸਲਿੰਗ। ਕਿਉਂਕਿ ਕਈ ਵਾਰੀ ਪੈਰੈਂਟਸ ਦੀ ਕਾਉਂਸਲਿੰਗ ਤੇ ਨਹੀਂ ਬੱਚੇ ਸਮਝਦੇ, ਇੱਕ ਪ੍ਰੋਫੈਸ਼ਨਲ ਦੀ ਕਾਉਂਸਲਿੰਗ ਤੇ ਅਸੀਂ ਅਪਰੋਚ ਕਰਕੇ ਠੀਕ ਕਰ ਸਕਦੇ ਹਾਂ। किसी ने और सवाल करना है? मैम सही तरीका क्या है कम्युनिकेट करने का? कम्युनिकेट करने का सबसे सही तरीका है उसके पास बैठना, उसको खुद के पास बिठाना। हमारे बहुत सारे पेशेंट्स हैं, वो कहते हैं कि ये जी ऊपर वाले कमरे में बैठ जाता है, हम नीचे बैठ जाते हैं क्योंकि ये सुनना ही नहीं चाहता, ये उठ जाता है, ये बाहर चला जाता है। कोई बात नहीं, उठ जाता है, बाहर चला जाता है, हमें उसको रीच आउट करना है, हमें कहना है बेटा हमारे पास बैठो। एक दिन नहीं बैठेगा, 2 दिन नहीं बैठेगा, 3 दिन नहीं बैठेगा, अल्टीमेटली एक हैबिट को, एक चीज़ को हम बार बार करेंगे तो वो हमारी सुनना शुरू हो जाएगा। एटलीस्ट सबसे अच्छा तरीका होता है दिन में 3 मील्स हम करते हैं, एक रूटीन बना लें कि एक मील हमने इकट्ठा करना है, चाहे वो ब्रेकफास्ट है, लंच है, डिनर है। अगर हम ये एक रूटीन बना लेना पूरी फैमिलीज़, चाहे फैमिली में एडिक्शन है कि नहीं है, चाहे बिहेवियर है सिर्फ ख़राब, अगर हम ये रूटीन बना लें कि हमने एक मील इकट्ठे बैठ के करना है पूरी फैमिली ने, उसी से हमारा कहीं ना कहीं कम्युनिकेशन स्टार्ट हो जाती है। और उसमें हमने हेल्दी कम्युनिकेशन करनी होती है, उसमें कोई लड़ाई झगड़े वाली चीज़ों को अवॉइड करना होता है, ऐसी स्टेटमेंट्स को अवॉइड करना होता है। तो धीरे धीरे एक हम पॉजिटिवली उसको बिठाना शुरू करेंगे तो कम्युनिकेशन बेटर हो जाएगी। एनीथिंग, किसी ने और पूछना है? ठीक है जी।